Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 171ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਪੂਰਬੀ ਮਹਿਲਾ ਚੌਥਾ। ਇਹ ਮਨੂਆ ਖਿਨ ਨਾ ਟਿਕੈ ਬਹੁ ਰੰਗੀ, ਦੈ ਦੈ ਦਿਸ ਚਲ ਚਲ ਹਾਡੇ, ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਡੇ। ਗੁਰੂ ਜੀ ਕਹਿੰਦੇ ਨੇ ਕਿ ਇਹ ਜੋ ਸਾਡਾ ਮਨ ਹੈ, ਇਹ ਮਨੂਆ ਖਿਨ ਨਾ ਟਿਕੈ, ਇੱਕ ਪਲ ਲਈ ਵੀ ਇਹਨੂੰ ਟੇਕ ਨਹੀਂ ਹੈ, ਸਥਿਰਤਾ ਨਹੀਂ ਹੈ। ਬਹੁ ਰੰਗੀ ਭਾਵ ਕਿ ਬਹੁਤ ਸਾਰੇ ਰੰਗਾਂ ਵੱਲ ਨੂੰ, ਰੰਗ ਤਮਾਸ਼ਿਆਂ ਵੱਲ ਨੂੰ ਇਹ ਭਟਕਦਾ ਰਹਿੰਦਾ ਹੈ। ਇਹ ਵੀ ਦੇਖ ਲਵੇ, ਇਹ ਵੀ ਕਰ ਲਵੇ, ਬਹੁਤ ਹੀ ਸਾਰੀਆਂ ਚੀਜ਼ਾਂ ਦਾ ਇਹਨੂੰ ਖਿਆਲ ਰਹਿੰਦਾ ਹੈ। ਦੈ ਦੈ ਦਿਸ ਚੱਲ ਚੱਲ ਹਾਡੇ, ਦਸੀਂ ਪਾਸੀਂ ਭਟਕਦਾ ਰਹਿੰਦਾ ਹੈ, ਦਸੀਂ ਪਾਸੀਂ ਦੌੜਦਾ ਰਹਿੰਦਾ, ਹੰਭਦਾ ਰਹਿੰਦਾ ਹੈ। ਪਰ ਵੱਡੇ ਭਾਗਾਂ ਦੇ ਨਾਲ ਮੈਨੂੰ ਗੁਰੂ ਦੀ ਪ੍ਰਾਪਤੀ ਹੋਈ। ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ। ਤੇ ਉਸ ਗੁਰੂ ਨੇ ਮੈਨੂੰ ਇੱਕ ਮੰਤਰ ਦਿੱਤਾ, ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਦਾ ਨਾਮ ਜਪਿਆ ਕਰ। ਤੇ ਮੈਂ ਉਹਦਾ ਉਹ ਉਪਦੇਸ਼ ਮੰਨ ਲਿਆ ਤੇ ਮੇਰਾ ਮਨ ਜੋ ਹੈ ਉਹ ਠੰਡਾ ਹੋ ਗਿਆ ਹੈ, ਸ਼ਾਂਤ ਹੋ ਗਿਆ ਹੈ। ਰਾਮ ਹਮ ਸਤਿਗੁਰ ਲਾਲੇ ਕਾਂਢੇ ਰਹਾਓ। ਗੁਰੂ ਦੀ ਇਸ ਪਰ ਉਪਕਾਰਤਾ ਤੋਂ ਖੁਸ਼ ਹੋ ਕੇ, ਹੇ ਰਾਮ, ਮੈਂ ਆਪਣੇ ਆਪ ਨੂੰ ਗੁਰੂ ਦਾ ਗੁਲਾਮ ਅਖਵਾਉਣਾ ਵੀ ਪਸੰਦ ਕਰਦਾ ਹਾਂ, ਕਿਉਂਕਿ ਗੁਰੂ ਨੇ ਮੇਰੇ ਬਾਹਰ ਭਟਕਦੇ ਹੋਏ ਮਨ ਨੂੰ ਇੱਕ ਥਾਵੇਂ ਟਿਕਾ ਦਿੱਤਾ ਹੈ। ਹਮਰਾ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਡੇ, ਪਰ ਉਪਕਾਰ ਪੁੰਨ ਬਹੁ ਕੀਆ, ਭਉ ਦੁੱਤਰ ਤਾਰ ਪਰਾਡੇ। ਇਹਨਾਂ ਦੇ ਵਿੱਚੋਂ ਅਸੀਂ ਦੂਸਰੀ ਪੰਕਤੀ ਦੇ ਅਰਥ ਪਹਿਲਾਂ ਕਰਾਂਗੇ। ਪਰ ਉਪਕਾਰ ਪੁੰਨ ਬਹੁ ਕੀਆ, ਭਉ ਦੁੱਤਰ ਤਾਰ ਪਰਾਡੇ। ਭਉ ਦੁੱਤਰ ਤੋਂ ਭਾਵ ਹੈ ਭਵ ਸਾਗਰ, ਤੇ ਪਰਾਡੇ ਤੋਂ ਭਾਵ ਹੈ ਪਾਰ ਕਰਵਾ ਦੇਣਾ। ਗੁਰੂ ਨੇ ਸਾਡੇ ਉੱਪਰ ਪਰਉਪਕਾਰ ਕੀਤਾ ਹੈ, ਬੜਾ ਪੁੰਨ ਕੀਤਾ ਹੈ, ਮਿਹਰ ਕੀਤੀ ਹੈ, ਤੇ ਉਸ ਮਿਹਰ ਦੇ ਸਦਕਾ ਮੈਂ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ, ਜਿਸ ਨੂੰ ਕਿ ਪਾਰ ਕਰਨਾ ਬੜਾ ਹੀ ਔਖਾ ਹੁੰਦਾ ਹੈ। ਹਮ ਕਰਜ ਗੁਰੂ ਬਹੁ ਸਾਡੇ, ਇਸ ਕਰਕੇ ਮੈਂ ਮੰਨਦਾ ਹਾਂ ਕਿ ਮੇਰੇ ਸਿਰ ਦੇ ਉੱਪਰ ਉਸ ਗੁਰੂ ਦਾ ਬਹੁਤ ਵੱਡਾ ਕਰਜ਼ਾ ਹੈ, ਜਿਹੜਾ ਮੈਂ ਜ਼ਿੰਦਗੀ ਭਰ ਵੀ ਉਤਾਰ ਨਹੀਂ ਸਕਦਾ। ਇਸ ਲਈ ਹਮਰਾ ਮਸਤਕ ਦਾਗ ਦਗਾਨਾ, ਮੈਂ ਆਪਣੇ ਮੱਥੇ ਦੇ ਉੱਪਰ ਗੁਰੂ ਦੀ ਗੁਲਾਮੀ ਦਾ ਦਾਗ ਭਾਵ ਕਿ ਨਿਸ਼ਾਨਾ ਲਗਵਾ ਲਿਆ ਹੈ। ਸੋ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਜੀ ਕਹਿਣਾ ਚਾਹ ਰਹੇ ਨੇ ਕਿ ਮੇਰੇ ਉੱਪਰ ਉਸ ਗੁਰੂ ਦੇ ਬਹੁਤ ਹੀ ਪਰ ਉਪਕਾਰ ਨੇ। ਉਹਨੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਾਇਆ ਹੈ। ਉਹਨੇ ਮੇਰੇ ਭਟਕਦੇ ਹੋਏ ਮਨ ਨੂੰ ਲਗਾਮ ਦੇ ਕੇ ਸਥਾਈ ਕੀਤਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਉਸ ਗੁਰੂ ਦਾ ਗੁਲਾਮ ਬਣਾ ਲਿਆ ਹੈ। ਜਿਨ ਕਉ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਢਨ ਗਾਢੇ, ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਤਿਉ ਮਨਮੁਖ ਗਰਭ ਗਲਾਡੇ। ਕੂਰੇ ਤੋਂ ਭਾਵ ਹੈ ਝੂਠ, ਗਾਢਣ ਗਾਢੇ ਤੋਂ ਭਾਵ ਕਿ ਗੰਢ ਤੁੱਪ ਕਰਨੀ, ਜੋ ਨਹੀਂ ਹੈ ਉਹ ਦਰਸਾਉਣ ਦੀ ਕੋਸ਼ਿਸ਼ ਕਰਨੀ, ਤੇ ਗਲਾਡੇ ਤੋਂ ਭਾਵ ਹੈ ਗਲ ਜਾਣਾ। ਸੋ ਗੁਰੂ ਜੀ ਕਹਿੰਦੇ ਕਿ ਜਿਨ ਕਉ ਪ੍ਰੀਤ ਹਿਰਦੈ ਹਰ ਨਾਹੀ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਹੈ, ਪਰ ਦੁਨੀਆ ਨੂੰ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ ਨੂੰ ਬਹੁਤ ਪਿਆਰ ਕਰਦੇ ਨੇ। ਉਹ ਇਸ ਪ੍ਰਕਾਰ ਹੈ, ਤਿੰਨ ਕੂਰੇ ਗਾਢਣ ਗਾਢੇ, ਕਿ ਜਿਸ ਤਰ੍ਹਾਂ ਉਹ ਇੱਕ ਝੂਠ ਦੀ ਗੰਢ ਤੁੱਪ ਕਰ ਰਹੇ ਹੋਣ, ਜੋ ਹੈ ਉਹਨੂੰ ਛੁਪਾ ਕੇ, ਜੋ ਨਹੀਂ ਹੈ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋਣ, ਪਰ ਉਹਦਾ ਫਾਇਦਾ ਕੋਈ ਨਹੀਂ ਹੈ। ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਜਿਸ ਪ੍ਰਕਾਰ ਕੀ ਪਾਣੀ ਦੇ ਵਿੱਚ ਪਿਆ ਹੋਇਆ ਕਾਗਜ਼ ਗਲ ਜਾਂਦਾ ਹੈ, ਉਸੇ ਤਰ੍ਹਾਂ ਹੀ ਮਨਮੁਖ ਜਿਹੜੇ ਝੂਠ ਦੇ ਪਾਣੀ ਦੇ ਵਿੱਚ ਪਏ ਹੋਏ ਨੇ, ਸੰਸਾਰ ਸਮੁੰਦਰ ਦੇ ਵਿੱਚ ਪਏ ਹੋਏ ਨੇ, ਉਹ ਗਰਭ ਗਲਾਡੇ ਭਾਵ ਕਿ ਜੂਨਾਂ ਦੇ ਵਿੱਚ ਫਸ ਕੇ ਗਲ ਜਾਣਗੇ। ਉਹਨਾਂ ਦੀ ਆਤਮਿਕ ਸ਼ਾਂਤੀ ਗਲ ਜਾਏਗੀ, ਆਤਮਿਕ ਜੀਵਨ ਪੱਖੋਂ ਉਹ ਸੱਖਣੇ ਹੋ ਜਾਣਗੇ। ਹਮ ਜਾਣਿਆ ਕਛੂ ਨਾ ਜਾਣੈ ਆਗੇ, ਜਿਉ ਹਰ ਰਾਖੈ ਤਿਉ ਠਾਡੇ। ਗੁਰੂ ਜੀ ਕਹਿੰਦੇ ਕਿ ਮੈਂ ਤੇ ਇੱਕ ਗੱਲ ਜਾਣੀ ਹੈ
ਕਿ ਅੱਗੇ ਕੀ ਹੋਣਾ ਹੈ ਇਹ ਅਸੀਂ ਜਾਣ ਨਹੀਂ ਸਕਦੇ। ਕਛੂ ਨਾ ਜਾਣੈ ਆਗੇ, ਅੱਗੇ ਦੀ ਗੱਲ ਅਸੀਂ ਜਾਣ ਨਹੀਂ ਸਕਦੇ। ਅਸੀਂ ਜੀਵਾਂ ਨੇ ਬੜੀਆਂ ਚਤੁਰਾਈਆਂ ਵਰਤੀਆਂ ਨੇ, ਬੜੇ ਤਰ੍ਹਾਂ ਦੇ ਵਿਗਿਆਨ ਅਸੀਂ ਆਪਣੇ ਹਿਸਾਬ ਨਾਲ ਖੋਜੇ ਨੇ ਕਿ ਜਿਨ੍ਹਾਂ ਨਾਲ ਅਸੀਂ ਭਵਿੱਖ ਦਾ ਪਤਾ ਕਰ ਸਕੀਏ, ਪਰ ਇਹ ਸਭ ਇੱਕ ਭਰਮ ਭੁਲੇਖਾ ਹੈ। ਅੱਗੇ ਕੀ ਹੋਣਾ ਹੈ ਅਸੀਂ ਨਹੀਂ ਜਾਣ ਸਕਦੇ। ਜਿਉ ਹਰ ਰਾਖੈ ਤਿਉ ਠਾਢੇ, ਜਿਸ ਪ੍ਰਕਾਰ ਉਸ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਉਸੇ ਪ੍ਰਕਾਰ ਹੀ ਉਹ ਸਾਨੂੰ ਰੱਖਦਾ ਹੈ। ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜਨ ਨਾਨਕ ਕੁਤਰੇ ਕਾਢੇ। ਹੇ ਗੁਰੂ, ਸਾਡੇ ਉੱਤੇ ਕਿਰਪਾ ਕਰ, ਮਿਹਰ ਕਰ, ਸਾਡੀਆਂ ਭੁੱਲਾਂ ਚੁੱਕਾਂ ਨੂੰ ਬਖਸ਼ ਦੇ ਤੇ ਸਾਨੂੰ ਆਪਣੇ ਦਰ ਦੇ ਕੁਤਰੇ ਭਾਵ ਕਿ ਕੁੱਤੇ ਬਣਾ ਲੈ, ਕੁੱਕਰ ਬਣਾ ਲੈ। ਇੱਕ ਨਿਮਰ ਭਾਵ ਗੁਰੂ ਜੀ ਇਸ ਬਾਣੀ ਦੇ ਰਾਹੀਂ, ਇਹਨਾਂ ਪੰਕਤੀਆਂ ਦੇ ਰਾਹੀਂ ਦਰਸਾਉਣਾ ਚਾਹੁੰਦੇ ਹਨ ਕਿ ਉਹ ਆਪਣੇ ਗੁਰੂ ਦੇ ਕਰਜ਼ਦਾਰ ਨੇ। ਇਸ ਲਈ ਨਿਮਰਤਾ ਵਾਲਾ ਭਾਵ ਉਹਨਾਂ ਦੀ ਬਾਣੀ ਦੇ ਵਿੱਚੋਂ ਝਲਕ ਰਿਹਾ ਹੈ। ਗੌੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਬ ਮੰਡਲ ਮੰਡਾ ਹੈ। ਸਾਡਾ ਜੋ ਸਰੀਰ ਰੂਪੀ ਨਗਰ ਹੈ ਉਹਦੇ ਅੰਦਰ ਕਾਮ ਅਤੇ ਕ੍ਰੋਧ ਆਦਿਕ ਵਿਕਾਰ ਭਰੇ ਪਏ ਨੇ, ਤੇ ਇਹਨਾਂ ਵਿਕਾਰਾਂ ਨੂੰ ਗੁਰੂ ਨੂੰ ਮਿਲ ਕੇ ਖਤਮ ਕੀਤਾ ਜਾ ਸਕਦਾ ਹੈ। ਖੰਡਲ ਤੋਂ ਭਾਵ ਟੋਟੇ ਕਰ ਲੈਣਾ, ਤੇ ਖੰਡਾ ਤੋਂ ਭਾਵ ਉਹਨਾਂ ਨੂੰ ਨਸ਼ਟ ਕਰ ਲੈਣਾ। ਮਿਲ ਸਾਧੂ, ਸਾਧੂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ ਇਹਨਾਂ ਵਿਕਾਰਾਂ ਦੇ ਟੋਟੇ ਟੋਟੇ ਕਰਕੇ ਇਹਨਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਸਾਡੇ ਪਿਛਲੇ ਕਰਮਾਂ ਦੇ ਅਨੁਸਾਰ, ਉਹਦੇ ਲੇਖੇ ਦੇ ਅਨੁਸਾਰ ਸਾਨੂੰ ਗੁਰੂ ਮਿਲਦਾ ਹੈ। ਤੇ ਜਦੋਂ ਗੁਰੂ ਮਿਲ ਜਾਂਦਾ ਹੈ, ਮਨ ਹਰ ਲਿਬ ਮੰਡਲ ਮੰਡਾ ਹੈ, ਤਾਂ ਸਾਡੇ ਮਨ ਦੀ ਜੋ ਪ੍ਰੀਤ ਹੈ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ। ਮਨ ਦੇ ਅੰਦਰ ਅਜਿਹਾ ਚਾਨਣ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਰੌਸ਼ਨੀ ਦੇ ਚੱਕਰ ਹੁੰਦੇ ਹਨ। ਮੰਡਲ, ਮੰਡਾ ਤੋਂ ਭਾਵ ਰੌਸ਼ਨੀ ਦੇ ਚੱਕਰ ਸਜਾਏ ਜਾਣੇ, ਸਾਡੇ ਮਨ ਦੇ ਅੰਦਰ ਰੌਸ਼ਨੀ ਦੇ ਚੱਕਰ ਸਜ ਜਾਂਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਵੇਖੋਗੇ ਕਿ ਜੋ ਸੂਰਜ ਹੈ ਜਾਂ ਚੰਦਰਮਾ ਹੈ, ਜਾਂ ਈਵਨ ਕਿ ਸਾਡਾ ਜੋ ਇੱਕ ਬਲਬ ਵੀ ਹੈ, ਉਹਦੇ ਵੀ ਆਲੇ ਦੁਆਲੇ ਇੱਕ ਚੱਕਰ ਜਿਹੇ ਬਣ ਜਾਂਦੇ ਨੇ। ਉਸ ਚੱਕਰ ਦੀ ਗੁਰੂ ਜਿੱਥੇ ਗੱਲ ਕਰ ਰਹੇ ਨੇ ਕਿ ਜਦੋਂ ਸਾਡੀ ਪ੍ਰੀਤ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਤਾਂ ਸਾਡੇ ਮਨ ਦੇ ਵਿੱਚ ਚਾਨਣ ਹੋ ਜਾਂਦਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਇਹਨਾਂ ਪੰਕਤੀਆਂ ਦੇ ਰਾਹੀਂ ਗੁਰੂ ਦੇ ਸਤਿਕਾਰ ਦੀ ਗੱਲ ਹੋ ਰਹੀ ਹੈ, ਉਸ ਨੂੰ ਨਮਸਕਾਰ ਕਰਨ ਦੀ ਗੱਲ ਹੋ ਰਹੀ ਹੈ। ਕਹਿੰਦੇ ਸਾਧੂ ਦੇ ਅੱਗੇ ਅੰਜਲੀ ਕਰੋ, ਨਮਸਕਾਰ ਕਰੋ, ਦੋਨੋਂ ਹੱਥ ਜੋੜ ਕੇ ਅਰਦਾਸ ਕਰੋ ਤੇ ਡੰਡੌਤ ਕਰੋ, ਭਾਵ ਸਿੱਧਮ ਸਿੱਧੇ ਲੰਮੇ ਲੇਟ ਕੇ ਉਹਨੂੰ ਨਮਸਕਾਰ ਕਰੋ। ਇਹ ਬਹੁਤ ਵੱਡਾ ਪੁੰਨ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਸਾਕਤ ਉਹ ਮਨੁੱਖ ਜਿਸ ਦਾ ਪਰਮਾਤਮਾ ਦੇ ਨਾਲ ਪਿਆਰ ਨਹੀਂ ਹੈ। ਕਹਿੰਦੇ ਜੋ ਸਾਕਤ ਹੈ ਉਹਨੇ ਹਰੀ ਰਸ ਦਾ ਸਵਾਦ ਕਦੇ ਜਾਣਿਆ ਹੀ ਨਹੀਂ। ਜਦੋਂ ਉਹਦਾ ਪਰਮਾਤਮਾ ਦੇ ਨਾਲ ਪ੍ਰੇਮ ਹੀ ਨਹੀਂ ਹੈ ਤਾਂ ਪਰਮਾਤਮਾ ਦੇ ਰਸ ਦਾ ਸਵਾਦ ਉਹ ਕਿਸ ਤਰ੍ਹਾਂ ਮਾਣ ਸਕਦਾ ਹੈ। ਤਿੰਨ ਅੰਤਰ ਹਉਮੈ ਕੰਡਾ ਹੈ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੈ, ਜਿਹੜਾ ਕਿ ਜਿਵੇਂ ਜਿਵੇਂ ਉਹ ਆਪਣੇ ਜੀਵਨ ਰਾਹ ਦੇ ਉੱਤੇ ਚੱਲਦੇ ਜਾਂਦੇ ਨੇ ਉਹ ਹਉਮੈ ਦਾ ਕੰਡਾ ਉਹਨਾਂ ਨੂੰ ਚੁਭਦਾ ਰਹਿੰਦਾ ਹੈ, ਤੇ ਇਸ ਪ੍ਰਕਾਰ ਉਹ ਦੁੱਖ ਸਹਾਰਦੇ ਰਹਿੰਦੇ ਨੇ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਿਮ ਕਾਲ ਸਹੇ ਸਿਰ ਡੰਡਾ ਹੈ। ਤੇ ਆਤਮਕ ਮੌਤ ਦਾ ਜੋ ਡੰਡਾ ਹੈ ਉਹਨਾਂ ਦੇ ਸਿਰ ਦੇ ਉੱਤੇ ਹਮੇਸ਼ਾ ਸਵਾਰ ਰਹਿੰਦਾ ਹੈ। ਹੁਣ ਹਉਮੈ ਦਾ ਜੋ ਕੰਡਾ ਹੈ ਕਿਸ ਪ੍ਰਕਾਰ ਤੁਹਾਨੂੰ ਦੁਖੀ ਕਰਦਾ ਹੈ, ਇਹਦੇ ਬਾਰੇ ਜ਼ਰਾ ਸੋਚਿਓ ਕਿ ਜਦੋਂ ਤੁਸੀਂ ਕਿਸੇ ਵੀ ਗੱਲ ਦੀ ਹਉਮੈ ਕਰਦੇ ਹੋ, ਹਉਮੈ ਇੱਕ ਬੜਾ ਹੀ ਮਹੀਨ ਜਿਹਾ ਅਹਿਸਾਸ ਹੈ ਜਿਹੜਾ ਬੜੀ ਛੇਤੀ ਦੁਖੀ ਹੋ ਜਾਂਦਾ ਹੈ, ਜਿਹਨੂੰ ਕਿ ਬੜੀ ਛੇਤੀ ਠੇਸ ਲੱਗ ਜਾਂਦੀ ਹੈ। ਜੇਕਰ ਤੁਸੀਂ ਆਪਣੇ ਕਿਸੇ ਚੀਜ਼ ਦੀ ਜਾਂ ਆਪਣੇ ਕਿਸੇ ਗੁਣ ਦੀ ਹਉਮੈ ਕਰਦੇ ਹੋ ਤਾਂ ਉਹਦੇ ਖਿਲਾਫ ਤੁਸੀਂ ਥੋੜ੍ਹਾ ਜਿਹਾ ਵੀ ਸੁਣ ਨਹੀਂ ਪਾਓਗੇ, ਕਿਉਂਕਿ ਤੁਹਾਡੀ ਉਸ ਹਉਮੈ ਨੂੰ ਠੇਸ ਲੱਗ ਜਾਏਗੀ। ਤੇ ਇਸੇ ਲਈ ਹੀ ਜਦੋਂ ਕੋਈ ਇਨਸਾਨ ਹਉਮੈ ਕਰਦਾ ਹੈ ਉਹਦੇ ਖਿਲਾਫ ਬੋਲਣ ਵਾਲੇ ਤੇ ਬਹੁਤ ਹੁੰਦੇ ਨੇ। ਕਈ ਵਾਰ ਤੁਸੀਂ ਜਾਣ ਬੁੱਝ ਕੇ ਨਹੀਂ, ਅਚਾਨਕ ਹੀ ਵੈਸੇ ਹੀ ਗੱਲ ਕਰ ਰਹੇ ਹੁੰਦੇ ਹੋ, ਪਰ ਉਹ ਉਸ ਇਨਸਾਨ ਦੇ ਹੰਕਾਰ ਨੂੰ ਠੇਸ ਪਹੁੰਚਾਉਂਦੀ ਹੈ
ਤੇ ਜਦੋਂ ਹੀ ਉਹਨੂੰ ਠੇਸ ਪਹੁੰਚਦੀ ਹੈ ਤਾਂ ਸਮਝੋ ਕਿ ਉਹ ਜੋ ਕੰਡਾ ਹੈ ਉਹ ਚੁਭਦਾ ਹੈ। ਤੇ ਅਜਿਹਾ ਇੱਕ ਦਿਨ ਦੇ ਵਿੱਚ ਵੀ ਕਈ ਵਾਰ ਹੋ ਸਕਦਾ ਹੈ, ਜਾਂ ਫਿਰ ਜੀਵਨ ਕਾਲ ਦੇ ਵਿੱਚ ਕਈ ਵਾਰ ਹੋ ਸਕਦਾ ਹੈ। ਈਗੋ ਹਰਟ ਹੋਣਾ ਸ਼ਾਇਦ ਤੁਸੀਂ ਜ਼ਿਆਦਾ ਸੁਣਿਆ ਹੋਵੇ ਹਉਮੈ ਨੂੰ ਠੇਸ ਲੱਗਣ ਦੇ ਨਾਲੋਂ। ਤੇ ਜੋ ਈਗੋ ਹਰਟ ਹੋਣਾ ਅਸੀਂ ਕਹਿੰਦੇ ਆ, ਤੁਸੀਂ ਖੁਦ ਸੋਚੋ ਕਿ ਕਿਹੜੇ ਇਨਸਾਨ ਕਦੋਂ ਉਹਨਾਂ ਦੀ ਈਗੋ ਹਰਟ ਹੁੰਦੀ ਹੈ। ਤੁਹਾਡੇ ਆਸ-ਪਾਸ ਦੇ ਸਰਕਲ ਦੇ ਵਿੱਚ, ਜਾਂ ਖੁਦ ਦੇ ਬਾਰੇ ਸੋਚੋ ਕਿ ਕਦੋਂ ਤੁਹਾਡੀ ਈਗੋ ਹਰਟ ਹੁੰਦੀ ਹੈ। ਜਦੋਂ ਵੀ ਤੁਹਾਡੀ ਈਗੋ ਹਰਟ ਹੁੰਦੀ ਹੈ, ਉਦੋਂ ਉਹ ਤੁਹਾਡੇ ਅੰਦਰ ਜੋ ਹਉਮੈ ਦਾ ਕੰਡਾ ਹੈ ਉਹ ਤੁਹਾਡੇ ਚੁਭਦਾ ਹੈ। ਇਸੇ ਲਈ ਹੀ ਤੁਸੀਂ ਦੁਖੀ ਹੁੰਦੇ ਹੋ। ਅੱਗੇ ਚੱਲਦੇ ਹਾਂ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹੁਣ ਜੋ ਪਹਿਲੀਆਂ ਦੋ ਪੰਕਤੀਆਂ ਸਨ, ਉਹਨਾਂ ਦੇ ਵਿੱਚ ਸਾਕਤ ਮਨੁੱਖ ਦੀ ਗੱਲ ਕੀਤੀ ਸੀ, ਜਿਹੜਾ ਕਿ ਪ੍ਰਮਾਤਮਾ ਨੂੰ ਪਿਆਰ ਨਹੀਂ ਕਰਦਾ। ਤੇ ਇਹਨਾਂ ਪੰਕਤੀਆਂ ਦੇ ਵਿੱਚ ਹਰਜਨ ਮਨੁੱਖ ਦੀ ਗੱਲ ਕੀਤੀ ਗਈ ਹੈ, ਜਿਹੜਾ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ। ਜਿਹੜੇ ਹਰਜਨ ਮਨੁੱਖ ਨੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਹਰਜਨ ਹਰ ਹਰ ਨਾਮ ਸਮਾਨੇ। ਤੇ ਇਸ ਪ੍ਰਕਾਰ ਉਹਨਾਂ ਦੇ ਜੋ ਜਨਮ ਮਰਨ ਦੇ ਗੇੜ ਦੇ ਦੁੱਖ ਨੇ, ਸੰਸਾਰ ਸਮੁੰਦਰ ਦੇ ਦੁੱਖ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਉਹਨਾਂ ਨੂੰ ਉਸ ਅਵਿਨਾਸੀ ਪੁਰਖ, ਉਸ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਂਦਾ ਹੈ। ਤੇ ਇਸ ਪ੍ਰਕਾਰ ਉਹਨਾਂ ਦੀ ਬਹੁ ਖੰਡਾਂ ਦੇ ਵਿੱਚ ਸ਼ੋਭਾ ਬਣਦੀ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹੇ ਪਰਮਾਤਮਾ, ਹੇ ਹਰੀ, ਅਸੀਂ ਗਰੀਬ ਹਾਂ, ਅਸੀਂ ਮਸਕੀਨ ਹਾਂ, ਆਜ਼ਿਜ਼ ਹਾਂ ਤੇਰੇ। ਤੂੰ ਸਾਡੀ ਰਾਖ ਰੱਖ ਲੈ, ਤੂੰ ਸਾਡੀ ਇੱਜ਼ਤ ਰੱਖ ਲੈ, ਤੂੰ ਸਾਡੀ ਰੱਖਿਆ ਕਰ। ਤੇਰੇ ਅੱਗੇ ਸਾਡੀ ਇਹ ਅਰਦਾਸ ਹੈ। ਦਾਸ ਨਾਨਕ ਨੇ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਤੇ ਨਾਮ ਦੇ ਵਿੱਚ ਸਮਾ ਕੇ ਹੀ ਉਹ ਆਪਣੇ ਜੀਵਨ ਦਾ ਆਨੰਦ ਮਾਣ ਰਿਹਾ ਹੈ। ਗੌੜੀ ਪੂਰਬੀ ਮਹਿਲਾ ਚੌਥਾ। ਇਸ ਗੜ ਮੈਂ ਹਰ ਰਾਮ ਰਾਏ ਹੈ, ਕਿਛ ਸਾਧ ਨਾ ਪਾਵੈ ਧੀਠਾ। ਹਰ ਦੀਨ ਦਇਆਲ ਅਨੁਗ੍ਰਹਿ ਕੀਆ, ਹਰ ਗੁਰ ਸ਼ਬਦੀ ਚਖ ਡੀਠਾ। ਸਾਡੇ ਸਰੀਰ ਰੂਪੀ ਇਸ ਕਿਲੇ ਦੇ ਅੰਦਰ ਹੀ ਪ੍ਰਮਾਤਮਾ ਦਾ ਵਾਸ ਹੈ। ਇਸ ਗੜ ਮੈਂ ਹਰ ਰਾਮ ਰਾਏ ਹੈ। ਪਰ ਅਸੀਂ ਜੋ ਵਿਕਾਰੀ ਮਨੁੱਖ ਹਾਂ, ਵਿਕਾਰਾਂ ਦੀ ਏਡੀ ਮੋਟੀ ਪਰਤ ਸਾਡੇ ਉੱਪਰ ਚੜ੍ਹੀ ਹੋਈ ਹੈ, ਇੰਨੇ ਅਸੀਂ ਢੀਠ ਹੋ ਚੁੱਕੇ ਹਾਂ ਕਿ ਉਸ ਅੰਦਰ ਵਸਦੇ ਹੋਏ ਪਰਮਾਤਮਾ ਨੂੰ ਅਸੀਂ ਪਛਾਣਦੇ ਹੀ ਨਹੀਂ। ਤੇ ਜਦੋਂ ਪਛਾਣਦੇ ਹੀ ਨਹੀਂ ਤੇ ਉਹਦੇ ਮਿਲਾਪ ਦਾ ਆਨੰਦ ਅਸੀਂ ਕਿੱਥੋਂ ਹਾਸਲ ਕਰਨਾ ਹੈ। ਹਰ ਦੀਨ ਦਿਆਲ ਅਨੁਗ੍ਰਹਿ ਕੀਆ। ਅਨੁਗ੍ਰਹਿ ਤੋਂ ਭਾਵ ਕਿਰਪਾ। ਉਸ ਦੀਨ ਦਿਆਲ ਪਰਮਾਤਮਾ ਨੇ ਜਿਨ੍ਹਾਂ ਮਨੁੱਖਾਂ ਦੇ ਉੱਪਰ ਕਿਰਪਾ ਕੀਤੀ ਹੈ। ਹਰ ਗੁਰ ਸ਼ਬਦੀ ਚਖ ਡੀਠਾ। ਉਹ ਗੁਰੂ ਦੇ ਲੜ ਲੱਗੇ ਨੇ। ਗੁਰੂ ਦੇ ਸ਼ਬਦਾਂ ਦੇ ਰਾਹੀਂ ਉਹਨਾਂ ਨੇ ਪਰਮਾਤਮਾ ਦੇ ਮਿਲਾਪ ਦਾ ਜੋ ਸਵਾਦ ਹੈ ਉਹ ਚੱਖ ਕੇ ਵੇਖ ਲਿਆ ਹੈ। ਰਾਮ ਹਰ ਕੀਰਤਨ ਗੁਰ ਲਿਵ ਮੀਠਾ। ਹੇ ਰਾਮ, ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਹ ਸਭ ਤੋਂ ਮਿੱਠਾ ਸਵਾਦ ਹੈ ਇਸ ਦੁਨੀਆ ਦਾ। ਰਹਾਉ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਿਗੁਰ ਲਾਗ ਬਸੀਠਾ। ਜਿਨ ਗੁਰ ਬਚਨ ਸੁਖਾਨੇ ਹੀਰੈ, ਤਿਨ ਆਗੈ ਆਣ ਪਰੀਠਾ। ਉਹ ਪਰਮਾਤਮਾ ਤੇ ਅਪਹੁੰਚ ਹੈ, ਅਗਮ ਹੈ, ਅਗੋਚਰ ਹੈ, ਜਿਸ ਤੱਕ ਸਾਡੀਆਂ ਗਿਆਨ ਇੰਦਰੀਆਂ ਪਹੁੰਚ ਨਹੀਂ ਕਰ ਸਕਦੀਆਂ। ਪਰ ਫਿਰ ਵੀ ਗੁਰੂ ਜੋ ਹੈ ਉਹ ਵਕੀਲ ਬਣ ਕੇ ਸਾਡਾ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਸਕਦਾ ਹੈ। ਬਸੀਠਾ ਤੋਂ ਭਾਵ ਵਕੀਲ ਜਾਂ ਵਿਚੋਲਾ। ਮਿਲ ਸਤਿਗੁਰ ਲਾਗ ਬਸੀਠਾ ਭਾਵ ਕਿ ਸਤਿਗੁਰੂ ਦੇ ਚਰਨਾਂ ਨਾਲ ਲੱਗ ਕੇ ਅਸੀਂ ਉਸ ਪਰਮਾਤਮਾ ਦਾ ਮਿਲਾਪ ਹਾਸਲ ਕਰ ਸਕਦੇ ਹਾਂ। ਜਿਨ ਗੁਰ ਬਚਨ ਸੁਖਾਨੇ ਹੀਰੈ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ, ਹੀਰੈ ਤੋਂ ਭਾਵ ਹਿਰਦਾ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਗੁਰੂ ਦੇ ਬਚਨ ਸੁਖਾਨੇ ਲੱਗਦੇ ਹਨ, ਸੋਹਣੇ ਲੱਗਦੇ ਹਨ, ਚੰਗੇ ਲੱਗਦੇ ਹਨ। ਤਿਨ ਆਗੈ ਆਣ ਪਰੀਠਾ। ਗੁਰੂ ਉਹਨਾਂ ਦੇ ਅੱਗੇ ਪਰਮਾਤਮਾ ਦਾ ਨਾਮ ਲਿਆ ਕੇ ਪਰੋਸ ਦਿੰਦਾ ਹੈ। ਪਰੀਠਾ ਤੋਂ ਭਾਵ ਪਰੋਸ ਦੇਣਾ। ਮਨਮੁਖ ਹੀਰਾ ਅਤ ਕਠੋਰ ਹੈ, ਤਿਨ ਅੰਤਰ ਕਾਰ ਕਰੀਠਾ। ਕਾਰ ਕਰੀਠਾ ਤੋਂ ਭਾਵ ਕਾਲਖ ਹੀ ਕਾਲਖ। ਜੋ ਮਨਮੁਖ ਹੈ ਉਹਦਾ ਹਿਰਦਾ ਅਤੀ ਕਠੋਰ ਹੈ, ਬਹੁਤ ਕਠੋਰ ਹੈ।
ਤੇ ਉਹਦੇ ਅੰਦਰ ਕਾਲਖ ਹੀ ਕਾਲਖ ਹੈ। ਕਠੋਰ ਕਿਉਂ ਹੈ? ਕਿਉਂਕਿ ਮਨਮੁਖ ਨੂੰ ਅਸੀਂ ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰ ਲਈਏ, ਉਹਨਾਂ ਨੇ ਨਹੀਂ ਸਮਝਣਾ। ਉਹਨਾਂ ਦੀ ਲਿਵ ਮਾਇਆ ਦੇ ਨਾਲ ਲੱਗੀ ਹੋਈ ਹੈ, ਵਿਕਾਰਾਂ ਦੇ ਨਾਲ ਲੱਗੀ ਹੋਈ ਹੈ। ਉਸ ਲਿਵ ਨੂੰ ਤੋੜ ਕੇ ਪ੍ਰਮਾਤਮਾ ਦੇ ਨਾਲ ਜੋੜਨਾ ਬੜਾ ਔਖਾ ਹੈ, ਕਿਉਂਕਿ ਉਹ ਬੜੇ ਕਠੋਰ ਹਿਰਦੇ ਦੇ ਮਾਲਕ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਿਸੀਅਰ ਕੋ ਬਹੁ ਦੂਧ ਪਿਆਈਐ, ਵਿਖ ਨਿਕਸੈ ਫੋਲ ਫਲੀਠਾ। ਜਿਸ ਤਰ੍ਹਾਂ ਕਿ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਚੱਲੀਏ, ਜਦੋਂ ਉਹਨੂੰ ਅੰਦਰੋਂ ਫਰੋਲਾਂਗੇ ਤਾਂ ਅੰਦਰੋਂ ਜ਼ਹਿਰ ਹੀ ਨਿਕਲੇਗੀ, ਅੰਦਰੋਂ ਦੁੱਧ ਨਹੀਂ ਨਿਕਲ ਸਕਦਾ। ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ, ਘਸ ਗਰੜ ਸ਼ਬਦ ਮੁਖ ਲੀਠਾ। ਹੇ ਹਰੀ ਪਰਮਾਤਮਾ, ਮੇਰੇ ਤੇ ਮਿਹਰ ਕਰ, ਮੈਨੂੰ ਸਾਧੂ ਗੁਰੂ ਮਿਲਾ, ਤਾਂ ਕਿ ਗੁਰੂ ਦਾ ਸ਼ਬਦ ਮੈਂ ਆਪਣੇ ਮੁਖ ਦੇ ਵਿੱਚ ਵਸਾਵਾਂ ਤੇ ਆਪਣੇ ਅੰਦਰੋਂ ਵਿਕਾਰਾਂ ਦਾ ਜੋ ਜ਼ਹਿਰ ਹੈ ਉਹ ਦੂਰ ਕਰਾਂ। ਜਿਸ ਪ੍ਰਕਾਰ ਕਿ ਜਦੋਂ ਸੱਪ ਕੱਟ ਜਾਂਦਾ ਹੈ ਕਿਸੇ ਵੀ ਇਨਸਾਨ ਨੂੰ, ਤਾਂ ਉਹਦੇ ਉੱਪਰ ਕੋਈ ਬੂਟੀ ਘਸਾ ਕੇ ਉਹਦਾ ਜ਼ਹਿਰ ਚੂਸ ਲਿਆ ਜਾਂਦਾ ਹੈ, ਤਾਂ ਉਹੀ ਕੰਮ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਕਰ ਸਕਦਾ ਹੈ। ਅਸੀਂ ਆਪਣੇ ਮੁਖ ਦੇ ਵਿੱਚ ਗੁਰੂ ਦਾ ਸ਼ਬਦ ਵਸਾਈਏ ਤੇ ਸਾਡੇ ਅੰਦਰੋਂ ਵਿਕਾਰਾਂ ਦੀ ਜੋ ਜ਼ਹਿਰ ਹੈ ਉਹ ਦੂਰ ਹੋ ਸਕਦੀ ਹੈ। ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮਿੱਠਾ। ਹੇ ਦਾਸ ਨਾਨਕ, ਇਹ ਆਖ ਕਿ ਅਸੀਂ ਗੁਰੂ ਦੇ ਸੇਵਕ ਹਾਂ, ਗੁਰੂ ਦੇ ਗੋਲੇ ਹਾਂ, ਤੇ ਸੰਗਤ ਦੇ ਵਿੱਚ ਜੁੜਿਆਂ ਕੌੜਾ ਵੀ ਮਿੱਠਾ ਹੋ ਜਾਂਦਾ ਹੈ। ਜਦੋਂ ਅਸੀਂ ਸੰਗਤ ਦੇ ਵਿੱਚ ਜਾ ਕੇ ਜੁੜਦੇ ਹਾਂ, ਗੁਰੂ ਦੇ ਸ਼ਬਦ ਸੁਣਦੇ ਹਾਂ, ਤਾਂ ਸਾਡਾ ਕੌੜਾ ਸੁਭਾਅ ਵੀ ਮਿੱਠੇ ਸੁਭਾਅ ਦੇ ਵਿੱਚ ਤਬਦੀਲ ਹੋ ਸਕਦਾ ਹੈ। ਗੌੜੀ ਪੂਰਬੀ ਮਹਿਲਾ ਚੌਥਾ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰਾ ਗੁਰ ਕੈ ਆਗੇ। ਸਤਿਗੁਰ ਦਾਤਾ ਨਾਮ ਦੜਾਇਆ, ਮੁਖ ਮਸਤਕ ਭਾਗ ਸੁਭਾਗੇ। ਪਰਮਾਤਮਾ ਦੇ ਮਿਲਾਪ ਦੇ ਬਦਲੇ ਦੇ ਵਿੱਚ ਮੈਂ ਆਪਣਾ ਸਰੀਰ ਗੁਰੂ ਦੇ ਅੱਗੇ ਵੇਚ ਦਿੱਤਾ ਹੈ। ਹਰ ਹਰ ਅਰਥ, ਅਰਥ ਸ਼ਬਦ ਤੋਂ ਭਾਵ ਹੈ ਕਿ ਬਦਲੇ ਦੇ ਵਿੱਚ, ਕਿਸੇ ਚੀਜ਼ ਦੀ ਖਾਤਰ, ਕਿ ਇਹ ਹਾਸਲ ਕਰਨ ਦੀ ਖਾਤਰ ਮੈਂ ਇਹ ਕਰ ਲਿਆ ਹੈ। ਤਾਂ ਉਸੇ ਤਰ੍ਹਾਂ ਗੁਰੂ ਜੀ ਕਹਿ ਰਹੇ ਨੇ ਕਿ ਪਰਮਾਤਮਾ ਦਾ ਮਿਲਾਪ ਹਾਸਲ ਕਰਨ ਦੀ ਖਾਤਰ ਮੈਂ ਆਪਣਾ ਸਰੀਰ ਗੁਰੂ ਦੇ ਅੱਗੇ ਵੇਚ ਦਿੱਤਾ ਹੈ। ਪਰਮਾਤਮਾ ਦੇ ਨਾਮ ਦੇ ਬਦਲੇ ਦੇ ਵਿੱਚ ਮੈਂ ਆਪਣਾ ਸਰੀਰ ਗੁਰੂ ਦੇ ਅੱਗੇ ਵੇਚ ਦਿੱਤਾ ਹੈ। ਸਤਿਗੁਰ ਦਾਤਾ ਨਾਮ ਦਿੜਾਇਆ, ਮੁਖ ਮਸਤਕ ਭਾਗ ਸੁਭਾਗੇ। ਉਸ ਸਤਿਗੁਰੂ ਨੇ ਮੇਰੇ ਅੰਦਰ ਉਸ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਅੰਦਰ ਉਸ ਪਰਮਾਤਮਾ ਦਾ ਨਾਮ ਦ੍ਰਿੜਾ ਦਿੱਤਾ ਹੈ, ਤੇ ਉਹਦੇ ਨਾਲ ਮੇਰੇ ਮੁਖ ਤੇ ਮੇਰੇ ਮਸਤਕ ਦੇ ਉੱਪਰ ਭਾਗ ਜਾਗ ਪਏ ਹਨ। ਰਾਮ ਗੁਰਮਤਿ ਹਰ ਲਿਵ ਲਾਗੇ ਰਹਾਓ। ਹੇ ਭਾਈ, ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਵ ਲੱਗਦੀ ਹੈ। ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਜੋ ਪਰਮਾਤਮਾ ਹੈ ਉਹ ਘਟ ਘਟ ਦੇ ਵਿੱਚ ਵਸਦਾ ਹੈ। ਸਾਡੇ ਹਰ ਮਨੁੱਖ ਦੇ, ਹਰ ਇਨਸਾਨ, ਹਰ ਜੀਵ ਦੇ ਸਰੀਰ ਦੇ ਅੰਦਰ ਉਸ ਪਰਮਾਤਮਾ ਦਾ ਵਾਸ ਹੈ, ਪਰ ਗੁਰ ਸ਼ਬਦ ਗੁਰੂ ਲਿਵ ਲਾਗੇ। ਉਹਦੇ ਨਾਲ ਜੋ ਲਗਨ ਹੈ ਉਹ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਤੁਰ ਕੇ ਹੀ ਜੁੜਦੀ ਹੈ। ਪਰਮਾਤਮਾ ਸਾਡੇ ਅੰਦਰ ਮੌਜੂਦ ਹੈ, ਪਰ ਇਸ ਗੱਲ ਨੂੰ ਜਾਣਨਾ, ਇਸ ਗੱਲ ਨੂੰ ਕਬੂਲ ਕਰ ਲੈਣਾ ਇੱਕ ਬਹੁਤ ਵੱਡੀ ਗੱਲ ਹੈ, ਤੇ ਇਹਨੂੰ ਕਬੂਲਣ ਦੇ ਲਈ ਗੁਰੂ ਦੇ ਸਹਾਰੇ ਦੀ ਲੋੜ ਪੈਂਦੀ ਹੈ। ਕਿਉਂਕਿ 2 ਸਟੈਪ ਦੀ ਪ੍ਰੋਸੈਸ ਹੈ। ਪਹਿਲਾਂ ਸਾਨੂੰ ਇਹ ਕਬੂਲਣਾ ਪਊਗਾ ਕਿ ਸਾਡੇ ਅੰਦਰ ਪਰਮਾਤਮਾ ਦਾ ਵਾਸ ਹੈ, ਤਾਂ ਹੀ ਅਸੀਂ ਉਹਦੇ ਨਾਲ ਲਿਵ ਜੋੜ ਸਕਾਂਗੇ। ਜਦ ਤੱਕ ਅਸੀਂ ਇਸ ਗੱਲ ਨੂੰ ਕਬੂਲਦੇ ਹੀ ਨਹੀਂ ਕਿ ਪਰਮਾਤਮਾ ਦਾ ਵਾਸ ਸਾਡੇ ਅੰਦਰ ਹੈ, ਤਾਂ ਉਦੋਂ ਤੱਕ ਅਸੀਂ ਉਸ ਪਰਮਾਤਮਾ ਦੇ ਨਾਲ ਲਿਵ ਕਿਵੇਂ ਜੋੜ ਸਕਦੇ ਹਾਂ। ਹਉ ਮਨ ਤਨ ਦੇਵੋ ਕਾਟ ਗੁਰੂ ਕੋ, ਮੇਰਾ ਭ੍ਰਮ ਭਉ ਗੁਰ ਬਚਨੀ ਭਾਗੇ। ਮੈਂ ਆਪਣਾ ਤਨ, ਆਪਣਾ ਮਨ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ ਹੈ। ਮੈਂ ਆਪਣਾ ਸਿਰ ਕੱਟ ਕੇ ਗੁਰੂ ਨੂੰ ਭੇਂਟ ਕਰ ਦਿੱਤਾ ਹੈ, ਤੇ ਗੁਰੂ ਨੇ ਆਪਣੀ ਸਿੱਖਿਆ ਦਿੱਤੀ ਹੈ, ਜਿਹਦੇ ਨਾਲ ਕਿ ਮੇਰਾ ਭਰਮ ਤੇ ਮੇਰਾ ਭਉ, ਮੇਰੇ ਹਰ ਪ੍ਰਕਾਰ ਦੀ ਜੋ ਭਟਕਣਾ ਸੀ ਤੇ ਮੇਰੇ ਡਰ ਸੀ, ਉਹ ਦੂਰ ਹੋ ਗਏ ਨੇ, ਭੱਜ ਗਏ ਨੇ। ਅੰਧਿਆਰਾ ਦੀਪਕ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਮਾਇਆ ਦੇ ਹਨੇਰੇ ਦੇ ਵਿੱਚ ਫਸੇ ਹੋਏ ਮਨੁੱਖ ਦੇ ਮਨ ਵਿੱਚ ਗਿਆਨ ਦਾ ਚਾਨਣ ਗੁਰੂ ਕਰਦਾ ਹੈ। ਗੁਰੂ ਹੀ ਗਿਆਨ ਰੂਪੀ ਦੀਪਕ ਸਾਡੇ ਮਨਾਂ ਦੇ ਵਿੱਚ ਜਲਾਉਂਦਾ ਹੈ,
ਜਿਹਦੇ ਨਾਲ ਕਿ ਸਾਡੀ ਉਸ ਪ੍ਰਮਾਤਮਾ ਦੇ ਨਾਲ ਲਿਵ ਜੁੜਦੀ ਹੈ। ਅਗਿਆਨ ਅੰਧੇਰਾ ਬਿਨਸ ਵਿਨਾਸਿਓ, ਘਰ ਵਸਤ ਲਹੀ ਮਨ ਜਾਗੀ। ਜੋ ਅਗਿਆਨਤਾ ਦਾ ਹਨੇਰਾ ਸੀ ਉਹ ਦੂਰ ਹੋ ਜਾਂਦਾ ਹੈ ਜਦੋਂ ਗੁਰੂ ਸਾਡੇ ਅੰਦਰ ਗਿਆਨ ਦਾ ਚਾਨਣ ਕਰਦਾ ਹੈ। ਤਾਂ ਘਰ ਵਸਤ ਲਹੀ, ਲਹੀ ਤੋਂ ਭਾਵ ਲੱਭੀ, ਸਾਨੂੰ ਆਪਣੇ ਘਰ ਵਿੱਚੋਂ ਹੀ ਵਸਤੂ ਲੱਭ ਜਾਂਦੀ ਹੈ। ਭਾਵ ਕਿ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਸਾਨੂੰ ਸਾਡੇ ਅੰਦਰੋਂ ਹੀ ਲੱਭ ਜਾਂਦਾ ਹੈ। ਮਨ ਜਾਗੇ ਤੇ ਸਾਡਾ ਮਨ ਜਾਗ ਉੱਠਦਾ ਹੈ। ਸਾਕਤ ਬਦਕ ਮਾਇਆ ਧਾਰੀ, ਤਿੰਨ ਜਮ ਜੋਹਨ ਲਾਗੇ। ਬਦਕ ਤੋਂ ਭਾਵ ਨਿਰਦਈ, ਜੋ ਮਾਇਆ ਧਾਰੀ ਮਨੁੱਖ ਹੈ। ਮਾਇਆ ਇਕੱਠੀ ਕਰਨ ਦੀ ਹੋੜ ਜਿਸ ਮਨੁੱਖ ਨੂੰ ਲੱਗੀ ਹੋਈ ਹੈ ਉਹ ਨਿਰਦਈ ਵੀ ਹੋ ਜਾਂਦਾ ਹੈ ਤੇ ਸਾਕਤ ਵੀ ਹੋ ਜਾਂਦਾ ਹੈ। ਆਤਮਕ ਮੌਤ ਰੂਪੀ ਜਮ ਉਸ ਨੂੰ ਚਿੰਬੜੇ ਰਹਿੰਦੇ ਹਨ। ਉਨ ਸਤਿਗੁਰ ਆਗੈ ਸੀਸ ਨਾ ਵੇਚਿਆ, ਓਏ ਆਵੈ ਜਾਹੇ ਅਭਾਗੇ। ਉਹ ਬਦਕਿਸਮਤ ਮਨੁੱਖ, ਉਹਨਾਂ ਨੇ ਸਤਿਗੁਰੂ ਦੇ ਅੱਗੇ ਆਪਣਾ ਸੀਸ ਨਹੀਂ ਵੇਚਿਆ, ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਨਹੀਂ ਕੀਤਾ। ਇਸ ਲਈ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ। ਹਮਰਾ ਬਿਨੋ ਸੁਨੋ ਪ੍ਰਭ ਠਾਕੁਰ, ਹਮ ਸਰਨ ਪ੍ਰਭ ਹਰ ਮਾਗੇ। ਹੇ ਪ੍ਰਮਾਤਮਾ, ਹੇ ਠਾਕੁਰ, ਮੇਰੀ ਬੇਨਤੀ ਸੁਣ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਮੈਂ ਤੇਥੋਂ ਤੇਰਾ ਨਾਮ ਮੰਗਦਾ ਹਾਂ। ਜਨ ਨਾਨਕ ਕੀ ਲਜ ਪਾਤ ਗੁਰੂ ਹੈ, ਸਿਰ ਵੇਚੋ ਸਤਿਗੁਰ ਆਗੇ। ਦਾਸ ਨਾਨਕ ਦੀ ਇੱਜ਼ਤ ਰੱਖਣ ਵਾਲਾ ਗੁਰੂ ਹੀ ਹੈ। ਉਸਨੇ ਆਪਣਾ ਸਿਰ ਗੁਰੂ ਦੇ ਅੱਗੇ ਵੇਚ ਦਿੱਤਾ ਹੈ, ਆਪਣੀ ਜੋ ਮੱਤ ਹੈ ਉਹ ਗੁਰੂ ਦੇ ਹਵਾਲੇ ਕਰ ਦਿੱਤੀ ਹੈ। ਇਸ ਅੰਗ ਦੀ ਬਾਣੀ ਕਾਫੀ ਲੰਬੀ ਸੀ। ਜ਼ਿਆਦਾਤਰ ਅੰਗਾਂ ਦੇ ਉੱਪਰ ਸਾਨੂੰ 3 ਸ਼ਬਦ ਹੀ ਪੜ੍ਹਨ ਨੂੰ ਮਿਲਦੇ ਹਨ। ਇਸ ਅੰਗ ਦੀ ਬਾਣੀ ਦੇ ਵਿੱਚ ਸਾਨੂੰ ਇੱਕ ਹੀ ਅੰਗ ਦੇ ਉੱਪਰ 4 ਸ਼ਬਦ ਪੜ੍ਹਨ ਨੂੰ ਮਿਲੇ ਹਨ। ਇਸ ਕਰਕੇ ਵੀਡੀਓ ਕਾਫੀ ਲੰਬੀ ਹੋ ਗਈ ਹੈ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੇ ਤੁਸੀਂ ਸਾਰੀ ਵੀਡੀਓ ਵੇਖੀ ਹੈ। ਪੂਰੇ ਹੀ ਅੰਗ ਦੀ ਬਾਣੀ ਦੇ ਵਿੱਚੋਂ ਜੇ ਅਸੀਂ ਕੋਈ ਸਾਰ ਅੰਸ਼ ਕੱਢਣਾ ਹੋਵੇ ਤਾਂ ਗੁਰੂ ਦੀ ਮਹਿਮਾ ਨਿਕਲ ਕੇ ਆਉਂਦੀ ਹੈ ਕਿ ਗੁਰੂ ਜੀ ਨੇ ਗੁਰੂ ਦੀ ਮਹਿਮਾ ਕੀਤੀ ਹੈ, ਗੁਰੂ ਦੀ ਸਿਫਤ ਸਲਾਹ ਕੀਤੀ ਹੈ। ਗੁਰੂ ਦੇ ਬਾਰੇ 'ਚ ਸਾਨੂੰ ਦੱਸਿਆ ਹੈ ਕਿ ਕਿਸ ਪ੍ਰਕਾਰ ਅਸੀਂ ਗੁਰੂ ਦੇ ਨਾਲ ਸਾਂਝ ਬਣਾ ਕੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ, ਜਿਹੜਾ ਕਿ ਸਾਡੇ ਅੰਦਰ ਹੀ ਵਸਦਾ ਹੈ। ਗੁਰੂ ਸਾਡੀ ਸਹਾਇਤਾ ਕਰਦਾ ਹੈ ਇਸ ਗੱਲ ਨੂੰ ਕਬੂਲਣ ਦੇ ਵਿੱਚ ਤੇ ਫਿਰ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਨ ਦੇ ਵਿੱਚ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।